एक शख्स ने गंदम खरीदी तो एक बोरी में से लाखों रुपए, सोना और ट्रैक्टर के कागजात निकल आए। कनक ਵੇਚ ਗਿਆ ਸੀ ਬੰਦਾ, ਉਹਦੀ ਕਾਲ ਆਈ, ਉਹਨੇ ਕਿਹਾ ਮੇਰੀ ਭੈਣ ਬੇਵਾ ਹੈ, ਉਹਨੇ ਜਿਹੜਾ 3 ਲੱਖ ਰੁਪਇਆ ਵਿੱਚ ਰੱਖਿਆ। ये वाकया किस दिन और कब पेश आया? 2 ਦਿਨ ਪਹਿਲਾਂ ਨਾ ਜੀ ਕਣਕ ਵੇਚ ਗਿਆ ਸੀ ਬੰਦਾ ਵਸੀਰਪੁਰੋਂ। अच्छा 19 ਤੋੜੇ ਕਣਕ ਦੇ ਵੇਚ ਗਿਆ ਸੀ। ठीक है ਸਵੇਰ 11 ਵਜੇ ਉਹਦੀ ਕਾਲ ਆਈ, ਉਹਨੇ ਕਿਹਾ ਵੀ ਯਾਰ ਨਾ ਕਣਕ 'ਚ 3 ਲੱਖ ਰੁਪਇਆ ਹੈਗਾ। ठीक है ਮੈਂ ਕਿਹਾ ਬਾਈ ਜੀ ਤੁਸੀਂ ਆ ਜਾਓ, ਨਾਲ ਆਪਦੇ 1-2 ਬੰਦਾ ਲੈ ਕੇ ਆਵੀਂ ਤੇ ਤੁਸੀਂ ਜਦੋਂ ਆਵੋਗੇ ਆਪਾਂ ਤੋੜੇ ਪਲਟਾ ਲਾਂਗੇ। 100 ਤੋੜਾ ਪਲਟਾਣਾ ਪਿਆ, 50 ਪਲਟਾਣਾ ਪਿਆ, ਪਲਟਾ ਕੇ ਆਪਾਂ ਚੈੱਕ ਕਰ ਲਾਂਗੇ। ਅਗਰ ਤੇਰੇ ਪੈਸੇ ਨਿਕਲੇ ਤੈਨੂੰ ਮਿਲਣਗੇ, ਤੇਰੇ ਤੇ ਹਲਾਲ ਸਾਡੇ ਤੇ ਰਾਮ। ਕਿਉਂਕਿ ਅਸੀਂ ਤਾਂ ਭਾਈ ਜੀ ਤਸੱਲੀ ਨਾਲ ਚੈੱਕ ਕਰਾ ਕੇ ਉਹਨਾਂ ਨੂੰ ਕਰ ਸਕਦੇ ਸੀ। ਲੇਕਿਨ ਮੈਂ ਫਿਰ ਦੋਸਤ ਮੰਡੀ ਵਾਲੇ ਵੀ 2-4 ਦੋਸਤ ਸੱਦੇ ਨੇ, ਪਲਟਾਏ ਨੇ ਤੋੜੇ। 7ਵੇਂ 8ਵੇਂ ਤੋੜੇ ਤੇ ਨਾ ਜੀ ਪੈਸੇ ਵੀ ਨਿਕਲੇ, ਵਿੱਚ ਸੋਨਾ ਵੀ ਹੈਗਾ ਸੀ। ਉਹ ਸੋਨਾ ਉਹਨੇ ਨਹੀਂ ਦੱਸਿਆ ਸੀ, ਲੇਕਿਨ ਉਹ ਜਦੋਂ ਪਲਟਿਆ ਸੋਨਾ ਵੀ ਸੀ ਵਿੱਚ, ਟਰੈਕਟਰ ਦੀ ਕਾਪੀ ਸੀ, ਕੋਈ ਰਜਿਸਟਰੀ ਸੀ, ਆਈਡੀ ਕਾਰਡ ਸੀ। ਉਹ ਆਪਾਂ ਫਿਰ ਬੰਦਿਆਂ ਦੇ ਵਿੱਚ ਦੇ ਦਿੱਤਾ ਉਹਨਾਂ ਨੂੰ। तो ये रकम और जो जेवरात थे ये उन्होंने किस मकसद के लिए गंदम के अंदर रखे हुए थे? ਉਹਦੀ ਨਾ ਭੈਣ ਹੈਗੀ ਸੀ, ਸਿਸਟਰ ਉਹਦੀ ਹੈਗੀ ਸੀ, ਬੇਵਾ ਸੀ ਵਿਚਾਰੀ। अच्छा ਉਹਨੇ ਨਾ ਆਪਦੇ ਪਿੰਡਾਂ ਥਾਵਾਂ 'ਚ ਅਕਸਰ ਲੋਕ ਲੁਕੋ ਦਿੰਦੇ ਨੇ, ਪੜੋਲਿਆਂ 'ਚ ਦਾਣਿਆਂ 'ਚ ਲੁਕੋ ਦਿੰਦੇ ਸੀ, ਪਹਿਲੇ ਤੋੜਿਆਂ 'ਚ ਪਾ ਦਿੰਦੇ ਸੀ। ਉਹ ਛਾਪਰ ਦੇ ਵਿੱਚ ਨਾ ਕੱਪੜੇ 'ਚ ਪਾ ਕੇ ਤੋੜੇ ਦੇ ਵਿੱਚ ਕਿਸੇ 'ਚ ਲੁਕੋਦੇ ਸੀ ਵੀ ਸਾਡੇ ਮਹਿਫੂਜ਼ ਪੈ ਨੇ। ਚਲੋ ਕੋਈ ਚੋਰ ਆਵੇ ਜਾਂ ਕੋਈ ਇਹੋ ਜਿਹਾ ਬੰਦਾ ਆਵੇ, ਉਹਨੇ ਕਿਹੜਾ ਕਣਕ ਲਿਜਾਣੀ ਵੀ ਚਲੋ ਪੈਸੇ ਜਾਂ ਸੇਫ ਹੋ ਗਿਆ। ਸੇਫ ਨਮਾਰੀਆਂ ਜਾਂ ਪੇਟੀਆਂ ਵਗੈਰਾ ਜਾਂ ਟਰੰਕ ਵਗੈਰਾ ਫਰੋਲਦੇ ਨੇ ਵੀ ਕਣਕ ਨੂੰ ਕਿੰਨੇ ਫਰੋਲਣਾ। ਉਹਨੇ ਵਿਚਾਰੇ ਨੇ ਲੁਕੋ ਕੇ ਉੱਥੇ ਮਹਿਫੂਜ਼ ਜਗ੍ਹਾ ਤੇ ਰੱਖਤੇ, ਜਿਹੜੀ ਉਹਨੂੰ ਮੁਨਾਸਬ ਲੱਗੀ ਉੱਥੇ ਉਹਨੇ ਰੱਖ ਦਿੱਤੇ ਸੀ। ਉਹ ਅਸੀਂ ਵੀ ਉਹਨੂੰ ਪੁੱਛਿਆ, ਉਹਨੇ ਕਿਹਾ ਜੀ ਮੇਰੀ ਭੈਣ ਬੇਵਾ ਹੈ ਤੇ ਉਹਨੇ ਜਿਹੜਾ ਨਾ ਜੀ 3 ਲੱਖ ਰੁਪਇਆ ਵਿੱਚ ਰੱਖਿਆ। ਮੈਂ ਕਿਹਾ ਤੂੰ ਆ ਜਾ ਬਾਈ, ਤਸੱਲੀ ਨਾਲ ਆਪਾਂ ਚੈੱਕ ਕਰਨਾ। ਤੋੜੇ ਪਲਟਾਏ ਸੀ, ਨਿਕਲਿਆ ਸੀ, ਇਹ ਮਸਲਾ ਹੈਗਾ। ਅਕਸਰ ਪਿੰਡਾਂ ਵਾਲੇ ਲੋਕ ਪਹਿਲੇ ਵੀ ਨਾ ਐਵੇਂ ਰੱਖ ਦਿੰਦੇ ਸੀ ਤੋੜਿਆਂ 'ਚ, ਦਾਣਿਆਂ ਵਾਲੇ ਪੜੋਲੇ 'ਚ ਪੈਸੇ, ਜਿੱਥੇ ਕਿਸੇ ਨੂੰ ਮਹਿਫੂਜ਼ ਨਜ਼ਰ ਆਉਂਦੇ ਸੀ। ਤੇ ਉਹ ਜਨਾਬ ਜਦੋਂ ਆਏ ਨੇ ਇਹਦੇ ਪਲਟੇ ਆ, 4 ਵਜੇ ਤੋੜੇ ਪਲਟੇ ਨੇ, 3 ਵਜੇ 2-3 ਘੰਟੇ ਉਹਨਾਂ ਨੂੰ ਆਉਣ ਤੇ ਲੱਗ ਗਏ। ਤੇ ਉਹ ਆਇਆ ਜਦੋਂ ਪਲਟੇ ਨੇ, ਪਲਟ ਕੇ ਆਪਾਂ ਉਹਨਾਂ ਨੂੰ ਪੈਸੇ ਦੇ तो ਦਿੱਤੇ। जब आपने इतनी रकम देखी कि 3 लाख रुपया है, उसके साथ सोना है, तो आपके दिमाग में सबसे पहले क्या बात आई? सबसे पहले बात ਇਹ ਆਈ ਕਿ ਬੇਵਾ ਔਰਤ ਸੀ ਵਿਚਾਰੀ, ਉਹਦੀ ਇਮਾਨਤ ਅਸੀਂ ਜਦੋਂ ਪਤਾ ਲੱਗਿਆ ਨਾ, ਅਸੀਂ ਉਦੋਂ ਹੀ ਅੱਲਾਹ ਅੱਗੇ ਦੁਆ ਕੀਤੀ, ਯਾ ਅੱਲਾਹ ਇਹਦੇ ਵਿੱਚ ਪੈਸੇ ਨੇ ਨਾ ਤੇ ਮੌਜੂਦਾ ਵਿਖਾ ਦੇ, ਇੱਥੋਂ ਨਿਕਲੇ ਆਵਣ ਪੈਸੇ ਸਾਡੇ ਹੱਥੋਂ ਦੇ ਦਈਏ ਅਸੀਂ ਉਹਨਾਂ ਨੂੰ ਵਾਪਸ। ਜਦੋਂ ਪੈਸੇ ਨਿਕਲੇ ਨੇ, ਉਹਨੇ ਕਿਹਾ ਜੀ ਤੁਹਾਨੂੰ ਤੁਸੀਂ ਦੱਸੋ ਹੁਣ ਖਾਣਾ ਪੀਣਾ ਕੀ ਹੈ। ਮੈਂ ਕਿਹਾ ਭਾਈ ਜਾਨ ਅਸੀਂ ਕੋਈ ਸ਼ੈ ਵੀ ਨਹੀਂ ਖਾਂਦੇ, ਬੇਵਾ ਔਰਤ ਹੈ, ਇਹਦੇ ਪੈਸਿਆਂ 'ਚ ਅਸੀਂ ਕੋਈ ਸ਼ੈ ਨਹੀਂ ਖਾਣੀ। ਜਾਂ ਮੈਂ ਪੈਸੇ ਦੇ ਦਿੰਦਾ ਬੱਲੇਦਾਰਾਂ ਨੂੰ ਜਿਨ੍ਹਾਂ ਨੇ ਤੋੜੇ ਪਲਟਾਏ ਨੇ, ਲੇਬਰ ਨੇ, ਚਲੋ ਉਹਨਾਂ ਨੂੰ ਮਠਿਆਈ ਵਗੈਰਾ ਖਵਾ ਦਿੰਦੇ ਹਾਂ, ਬੋਤਲ ਪਿਲਾ ਦਿੰਦੇ ਹਾਂ। ਉਹਨੇ ਕਿਹਾ ਨਹੀਂ ਜੀ, ਉਹਨੇ 5000 ਰੁਪਏ ਆਪ ਦਿੱਤਾ। ਮੈਂ ਕਿਹਾ ਇਹ ਆਪਦੀ ਜੇਬ 'ਚੋਂ ਦੇਣਾ ਹੈ, ਬੇਵਾ ਔਰਤ ਦੇ ਪੈਸਿਆਂ 'ਚੋਂ ਨਹੀਂ ਦੇਣਾ। ਉਹਨੇ ਵਿਚਾਰੇ ਨੇ ਆਪਦੀ ਜੇਬ 'ਚ 5000 ਰੁਪਏ ਦਿੱਤਾ, ਲੇਬਰ ਨੇ ਮਠਿਆਈ ਵੀ ਮੰਗਾਈ, ਬੋਤਲਾਂ ਸ਼ੋਤਲਾਂ ਮੰਗਾਈਆਂ, ਪਿਲਾ ਦਿੱਤੀ। तो जब उसके पैसे और जेवरात उसको वापस मिले तो उसके तासुरात क्या थे, उसके एक्सप्रेशंस क्या थे? ਉਹ ਬੜਾ ਖੁਸ਼ ਹੈਗਾ ਸੀ। ਬਾਅਦ 'ਚ ਉਹਨੇ ਫੋਨ ਵੀ ਕੀਤਾ, ਉਹਦੀ ਸਿਸਟਰ ਨੇ ਵਿਚਾਰੀ ਨੇ ਬੜੀਆਂ ਦੁਆਵਾਂ ਦਿੱਤੀਆਂ। ਉਹ ਆਪ ਖੁਦ ਖੁਸ਼ ਹੈਗਾ ਸੀ। ਉਹਨੇ ਕਿਹਾ ਜੀ ਮੈਨੂੰ ਯਕੀਨ ਹੈ ਕਿ ਹਵੇਲੀ ਮੰਡੀ ਦੇ ਵਿੱਚ ਮੇਰਾ ਚੀਜ਼ ਆਈ ਹੈ ਤੇ ਮੇਰੇ ਪੈਸੇ ਮੈਨੂੰ ਮਿਲ ਗਏ। ਉਹਨੂੰ ਚਾਨਵਰ ਦੀ ਖੁਸ਼ੀ ਸੀ ਕਿ ਮੈਨੂੰ ਅੱਲਾਹ ਨੇ बड़ा फजल किया। अगर आपको पैसे और जेवरात मतलब मिल जाते और मालिक का ना पता चलता कि वो था कौन, क्योंकि आप लोगों के पास इतने थैले आते हैं तो आप लोगों को नहीं पता चलता कि ये किसका था और कौन दे के गया था, तो फिर आप क्या करते? ये अगर ना मालक ਲੱਭਦਾ ਫਿਰ 2-3 ਮਹੀਨੇ ਅਸੀਂ ਪੈਸੇ ਰੱਖਣੇ ਸੀ ਇਮਾਨਤ ਤੌਰ ਤੇ। ਅੱਗੇ ਵੀ ਇੱਕ ਵਾਰੀ ਐਵੇਂ ਵਕੂਆ ਬਣਿਆ ਸੀਗਾ ਗੱਲਾ ਮੰਡੀ ਦੇ ਵਿੱਚ, 70-80 ਥੈਲਾ ਹੀ ਕੋਈ ਰੱਖ ਗਿਆ ਸੀ ਮੱਕੀ ਦਾ 4-5 ਸਾਲ ਪਹਿਲੇ। ਤੇ ਅਸੀਂ ਉਹ ਮੱਕੀ ਰੱਖੀ ਹੈ, ਬਾਅਦ ਦੇ ਵਿੱਚ ਵੇਚ ਕੇ ਗੱਲਾ ਮੰਡੀ ਨੇ ਜੋ ਫੈਸਲਾ ਕੀਤਾ ਸੀ ਉਵੇਂ ਹੋਇਆ। ਇਹ ਬੜੀ ਪੁਰਾਣੀ ਗੱਲ ਹੈਗੀ ਹੈ। ਉਦੋਂ ਅਸੀਂ ਮਿਹਨਤ ਮਜ਼ਦੂਰੀ ਕੰਮ ਕਰਦੇ ਸੀ ਦੁਕਾਨ ਤੇ। ਫਿਰ ਅਸੀਂ 2-3 ਮਹੀਨੇ ਪੈਸੇ ਰੱਖਣੇ ਸੀ, ਰੱਖ ਕੇ ਫਿਰ ਜਿਵੇਂ ਕੋਈ ਲਾਏ ਅਮਲ ਬੰਦਾ ਕਿਸੇ ਕਾਰੀ ਸਾਹਿਬ ਨੂੰ, ਕਿਸੇ ਬੰਦੇ ਨੂੰ ਪੁੱਛਦੇ ਅੱਲਾ ਦੇ ਬੰਦੇ ਕੋਲ ਵੀ ਇਹਦਾ ਕੀ ਹੱਲ ਕਰਨਾ ਹੈ, फिर इंशाल्लाह कर दे। तो आपके ख्याल में मुआशरे में ईमानदारी को फ़रोग देने के लिए क्या कुछ किया जा सकता है? देखो जी भाई जी, ईमानदारी ਜਿਹੜੀ ਹੈ ਨਾ ਜੀ, ਉਹ ਸਭ ਤੋਂ ਵੱਡੀ ਸਕੂਨ ਹੈ ਜ਼ਿੰਦਗੀ ਦਾ। ਕਿਸੇ ਦਾ ਹੱਕ ਨਾ ਖਾਵਾਂਗੇ ਤੇ ਸਾਰਾ ਤੋਂ ਵੱਡਾ ਇਹ ਸਕੂਨ ਹੀ ਹੈਗਾ। बिल्कुल अच्छा। ਹਾਂਜੀ, ਜਦੋਂ ਹੁਣ ਅਸੀਂ ਪੈਸੇ ਉਹਦੇ ਲੱਭੇ ਨੇ, ਦਿੱਤੇ ਨੇ, ਸਾਨੂੰ ਬੜਾ ਸਕੂਨ ਹੋ ਗਿਆ। ਅੱਲਾ ਦੇ ਵੱਲੋਂ ਵੀ ਸਕੂਨ ਹੋ ਗਿਆ, ਸ਼ਾਬਾਸ਼ ਵੀ ਮਿਲ ਗਈ। ਦੋਸਤਾਂ ਨੇ ਵੀ ਕਿਹਾ ਵੀ ਤੁਸੀਂ ਅੱਛਾ ਕੰਮ ਅੱਛਾ ਕਰਾਂਗੇ ਤੇ ਅੱਛਾ ਮਿਲ ਜਾਏਗਾ, ਬੁਰਾ ਕਰਾਂਗੇ ਤੇ ਬੁਰਾ ਮਿਲ ਜਾਏਗਾ।